सतनाम वाहिगुरु साहिब जी। तू सुल्तान कहाँ हो मियाँ, तेरी कवन बड़ाई। जो तू दे सो कहाँ स्वामी, मैं मूर्ख कहन न जाई। तेरे गुण गावा दे बुझाई, जैसे सच मैं रहूं रजाई। तेरे गुण गावा तेरे तेरे गुण गावा दे बुझाई, जैसे सच मैं रहूं रजाई। परम सन्मान योग जुगो जुग अटल सतगुरु साहिब गुरु ग्रंथ साहिब जी महाराज जियां दे पावन चरनां विच सुभाईमान होए बैठे गुरमुख प्यारे सत संगी जनों, आप जी अति धनता योग हो जो साहब श्री गुरु ग्रंथ साहिब जी महाराज जी की संगत का आनंद मान रहे हो। साहब जी की कृपा सदका पिछले दिनों तो जिहड़ी साडी जिंदगी दे विच पंज विकार हन, जे असी उस दी समझ तो हीणे आ ते साडा जिहड़ा फिर जिंदगी जिहड़ी है, साडा जिहड़ा जीवन है अज्ञानता दे विच अंधकार दे विच ही निकल जाता है। वो पंज विकार साडे सहायक भी बन सकते हैं। इस लड़ी दे विच आपां काम, क्रोध, लोभ इन्हां विकारां दी विचार गुरु साहिब की कृपा नाल सांझी कीती है। अज आपां मोह दे बारे गुरु साहिब जी दे कोलों आशीर्वाद प्राप्त करना है। उस तो पहला गुरु बख्शी फतेह प्रवान करो। सारे आखो जी वाहिगुरु जी का खालसा वाहिगुरु जी की फतेह। मोह की है? किसी भी वस्तु नूं हद तो वध जदों साडी मन की पकड़ बन जाती है, उसनूं मोह कहा जाता है। क्योंकि प्रेम जिहड़ा मोह दे विचों पैदा होएगा। पर इहदा मतलब ये नहीं कि अपने फर्ज की पालन लई किसी नाल स्नेह करना, प्रेम करना ये मोह है। अपने फर्ज की भी पालना करनी। और गुरु साहिब जी ने इस नूं मोह नूं प्रेम दे विच बदलिया, प्रेम दे विच बदल दिता। हाँ, अज्ञानता करके असी पदार्थां दे विच खचत हो जाते हैं। जिदन रब परमात्मा वाहिगुरू नूं छड्ड दिंदे आ, साडा प्रेम जां असी मोह कह दईए पकड़ बन जाती है। साहब जी ने बहुत सोहणे लफ्जां दे विच बख्शिश कीता, कहंदे ए माया जित हर विसरे मोह उपजै भाओ दूजे लाया। अंदर दूसरे का प्रेम बन जाता है। और मोह ऐसी चीज है, मेरा है जी, तो मेरे खरोश लगती है, मेरे देह खरोश लगती है, चोट लगती है तो वह मैनू दुख है। मेरे बच्चे दे चोट लगती है जां मेरे नज़दीकी दे चोट लगती, वह मैनू दुख है। जे भावें कोई मर जाए वह कोई दुख कोई नहीं है, क्योंकि मेरा नहीं है। इहनूं कहंदे मोह है। प्रेम जिहड़ा है
ਸਿੱਧੀ ਜੀ ਗੱਲ ਹੈ, ਮੋਹ ਜਿਹੜਾ ਹੈ ਸੀਮਤ ਹੈ ਤੇ ਪ੍ਰੇਮ ਅਸੀਮ ਹੈ। ਪ੍ਰੇਮ ਅਸੀਮ ਹੈ, ਮੋਹ ਸੀਮਤ ਹੈ। परमात्मा सीमित नहीं है, प्रेम भी सीमित नहीं है। ਸਾਹਿਬ ਜੀ ਕਲਗੀਧਰ ਦੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨਰਾ। ਉਹ ਪ੍ਰੇਮ ਰੂਪ ਦੇ ਵਿੱਚ ਵਰਤਦਾ। ਨਾਲੇ ਵੀ ਕਿਹਾ ਸਾਹਿਬ ਕਹਿੰਦੇ, ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇ। ਮੈਨੂੰ ਉਹਦਾ ਦਰਦ ਹੈ ਤੇ ਉਹ ਮੇਰਾ ਹੈ ਜਿਹਦਾ ਦਰਦ ਹੈ। ਨਹੀਂ ਤਾਂ ਕਿੰਨੀ ਦੁਨੀਆ ਮਰ ਰਹੀ ਹੈ। ਆਪਾਂ ਪੜ੍ਹ ਕੇ ਛੱਡ ਦਿੰਦੇ ਅਖਬਾਰ, ਨਿਊਜ਼ ਦੇਖ ਕੇ ਛੱਡ ਦਿੰਦੇ, ਸਾਨੂੰ ਦਰਦ ਨਹੀਂ ਹੈ। ਹਾਂ, ਜੇ ਪ੍ਰੇਮ ਹੋਏਗਾ ਨਾ, ਸਾਨੂੰ ਓਨਾ ਹੀ ਦਰਦ ਹੋਏਗਾ ਜਿੰਨਾ ਉਸਦੇ ਨਜ਼ਦੀਕੀ ਨੂੰ ਦਰਦ ਹੈ। ਕਈ ਬੰਦੇ ਬੜਾ ਦੁੱਖ ਮਹਿਸੂਸ ਕਰਦੇ ਆ ਪ੍ਰੇਮ ਜਿੱਦਨ ਜਿਹਦੇ ਅੰਦਰ ਪ੍ਰੇਮ ਹੁੰਦਾ ਹੈ। ਨਹੀਂ ਤਾਂ ਦੁਨੀਆ ਮਰ ਰਹੀ ਹੈ। ਦੇਖੋ ਨਾ, ਮਨ ਕਈ ਚੀਜ਼ਾਂ ਭੁੱਲਦੀਆਂ ਨਹੀਂ। ਮੈਂ ਕੱਲ ਅਖਬਾਰ ਪੜ੍ਹ ਰਹੇ ਸੀ, ਤੁਸੀਂ ਪੜ੍ਹਿਆ ਹੋਣਾ ਅਖਬਾਰ ਦੇ ਵਿੱਚ, ਇੱਕ ਬੱਚਾ ਖੂਹ ਦੇ ਵਿੱਚ ਡਿੱਗਿਆ ਹੈ। ਉਹਨੂੰ ਕੱਢਣ ਵਾਸਤੇ 40 ਬੰਦੇ ਹੋਰ ਡਿੱਗ ਪਏ ਵਿੱਚ। ਤੇ ਇਦਾਂ ਦੀਆਂ ਚੀਜ਼ਾਂ ਕਈ ਵੇਲੇ ਦਿਲ ਤੇ ਅਸਰ ਕਰਦੀਆਂ, ਪਰ ਕਈਆਂ ਨੇ ਪੜ੍ਹਿਆ ਹੋਣਾ ਛੱਡ ਦਿੱਤਾ। ਸਾਨੂੰ ਕੀ ਲੋੜ ਹੈ, ਕਿਉਂਕਿ ਮੇਰਾ ਨਹੀਂ ਹੈ, ਮੇਰੇ ਤੇ ਪਕੜ ਹੈ। ਤੇ ਪ੍ਰੇਮ ਜਿਹੜਾ ਫਿਰ ਹਰੇਕ ਨਾਲ ਕੀਤਾ ਜਾਂਦਾ। ਪ੍ਰੇਮ ਹੈ ਨਾ ਸਿੱਖ ਦੇ ਅੰਦਰ। ਤਾਂ ਹੀ ਤਾਂ ਕਹਿੰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲ। ਇਹ ਤਾਂ ਜਾਨਵਰਾਂ ਦੇ ਵਿੱਚ ਵੀ ਹੈ, ਮੋਹ ਤਾਂ ਜਾਨਵਰਾਂ ਦੇ ਵਿੱਚ ਵੀ ਹੈ। ਆ ਕਿੰਨਾ ਕੁਛ ਆਪਾਂ ਦੇਖਦੇ ਹਾਂ ਅੱਜ ਕੱਲ ਜਾਨਵਰਾਂ ਦੇ ਵਿੱਚ। ਇੱਕ ਬਾਂਦਰੀ ਹੈ, ਬਾਂਦਰੀ ਦਾ ਬੱਚਾ ਮਰ ਜੇ, ਉਹ ਚਮੜਾ ਤੱਕਰ ਉਹਦਾ ਲੈ ਕੇ ਘੁੰਮਦੀ ਰਹਿੰਦੀ। ਇੰਨਾ ਜਿੰਨੇ ਤੱਕ ਉਹ ਸੁੱਕਦਾ ਰਿਹਾ ਚਮੜਾ ਜਿਹਾ ਲੈ ਕੇ ਵੀ ਘੁੰਮਦੀ ਰਹਿੰਦੀ। ਇੰਨਾ ਮੋਹ ਹੈ। ਪ੍ਰੇਮ ਜਿਹੜਾ ਸਤਿਗੁਰੂ ਮਹਾਰਾਜ ਨੇ ਸਾਨੂੰ ਸਿਖਾਇਆ ਹੈ। ਤੇ ਇਹ ਜਿਹੜਾ ਮੋਹ ਹੈ, ਪ੍ਰੇਮ ਦਾ ਬੀਜ ਹੈ। ਜੇ ਅੰਦਰ ਮੋਹ ਵੀ ਨਹੀਂ ਹੋਏਗਾ ਨਾ, ਪ੍ਰੇਮ ਵੀ ਨਹੀਂ ਪੈਦਾ ਹੋ ਸਕਦਾ। ਪਰ ਮੋਹ ਜਿਹੜਾ ਹੈ ਬੰਦੇ ਦੀ ਪਕੜ ਬਣ ਜਾਂਦੀ ਹੈ। ਤੇ ਪ੍ਰੇਮ ਉਹ ਹੈ ਜਿਹੜਾ ਸਾਰਿਆਂ ਦੇ ਨਾਲ ਕੀਤਾ ਜਾਏ। ਕਿ ਇਹ ਨਹੀਂ ਕਿ ਮੇਰਾ ਬੱਚਾ, ਮੈਂ ਇਹਦੇ ਨਾਲ ਪ੍ਰੇਮ ਕਰਨਾ, ਬਾਕੀ ਤਾਂ ਮੇਰੇ ਆ, ਮੈਨੂੰ ਉਹਨਾਂ ਨਾਲ ਵੀ ਉਦਾਂ ਦਾ ਪ੍ਰੇਮ ਬਣ ਜਾਏ। ਦੂਸਰਾ, ਉਹ ਵੀ ਮੇਰਾ ਹੈ। ਤੁਸੀਂ ਨਾਮ ਸਾਰਿਆਂ ਨੇ ਸੁਣਿਆ ਹੈ ਬਾਦਸ਼ਾਹ ਅਕਬਰ ਦਾ। ਤੇ ਕਹਿੰਦੇ ਹਨ ਅੱਧ ਖੜ ਉਮਰ ਦੇ ਵਿੱਚ ਉਹਦੇ ਘਰ ਪੁੱਤਰ ਹੋਇਆ ਸੀ ਤੇ ਮੋਹ ਬਣ ਗਿਆ। ਬਹੁਤ ਸਮਾਂ ਪੁੱਤਰ ਦੇ ਨਾਲੇ ਬਤੀਤ ਕਰਦਾ, ਜਿਹਦਾ ਨਾਮ ਰੱਖਿਆ ਸਲੀਮ, ਬਾਅਦ ਵਿੱਚ ਬਣਿਆ ਜਹਾਂਗੀਰ। ਬੜਾ ਪ੍ਰੇਮ ਮੋਹ ਬਣ ਗਿਆ। ਤੇ ਕਹਿੰਦੇ ਨੇ ਇੱਕ ਨੌਕਰਾਣੀ ਉਹਦੇ ਕਮਰਿਆਂ ਦੇ ਵਿੱਚ ਪੋਚਾ ਲਾ ਰਹੀ ਸੀ। ਆਪਣੀ ਨੌਕਰਾਣੀ ਨੂੰ ਕਹਿੰਦਾ, ਅਕਬਰ ਦੇਖ ਮੇਰਾ ਕਿੰਨਾ ਸੋਹਣਾ ਪੁੱਤਰ ਹੈ। ਤੇ ਨੌਕਰਾਣੀ ਸੀ ਕੀ ਕਹਿੰਦੀ? ਕਹਿੰਦੀ ਬਹੁਤ ਸੋਹਣਾ ਹੈ। ਜਾਂ ਉਹ ਉੱਪਰੋਂ ਕਹਿ ਰਹੀ ਹੈ ਜਾਂ ਦਿਲੋਂ ਕਹਿ ਰਹੀ ਹੈ? ਕਹਿਣ ਲੱਗੀ ਨਹੀਂ, ਬਹੁਤ ਸੋਹਣਾ ਹੈ। ਉਹ ਬਾਦਸ਼ਾਹ ਸੀ, ਉਹ ਤਾਂ ਪੁੱਤਰ ਸੀ, ਤੇ ਕੀ ਕਹਿੰਦੀ ਉਹ? ਤੇ ਨੌਕਰਾਣੀ ਨੂੰ ਕਹਿੰਦਾ, ਇਹਦੇ ਵਰਗਾ ਆਗਰੇ ਸ਼ਹਿਰ ਦੇ ਵਿੱਚ ਕੋਈ ਨਹੀਂ ਹੈ। ਕਹਿਣ ਲੱਗੀ, ਬਾਦਸ਼ਾਹ ਕੋਈ ਵੀ ਨਹੀਂ ਹੈ ਇਹਦੇ ਵਰਗਾ, ਦੁਨੀਆ ਵਿੱਚ ਇਹਦੇ ਵਰਗਾ ਕੋਈ ਨਹੀਂ। ਬੜਾ ਖੁਸ਼ ਹੋਇਆ। 5 ਸੋਨੇ ਦੀਆਂ ਮੋਹਰਾਂ ਕੱਢ ਕੇ ਉਹਦੇ ਹੱਥ ਤੇ ਰੱਖੀਆਂ ਤੇ ਨੌਕਰਾਣੀ ਨੂੰ ਕਹਿੰਦਾ, ਜਾ ਇਸ ਆਗਰੇ ਸ਼ਹਿਰ ਦੇ ਵਿੱਚ ਜਿਹੜਾ ਮੇਰੇ ਸਲੀਮ ਤੋਂ ਸੋਹਣਾ ਹੋਵੇ ਨਾ, ਉਸ ਨੂੰ ਲੈ ਕੇ ਆ। ਉਹਦੇ ਪਰਿਵਾਰ ਨੂੰ ਵੀ ਇਨਾਮ ਦਿਆਂਗਾ, ਉਸ ਬੱਚੇ ਨੂੰ ਵੀ ਇਨਾਮ ਦਿਆਂਗਾ, ਤੇ ਤੈਨੂੰ ਵੀ ਇਨਾਮ ਦਿਆਂਗਾ। ਉਹ ਨੌਕਰਾਣੀ ਚਲੇ ਗਈ। ਸਵੇਰ ਤੋਂ ਸ਼ਾਮ ਹੋ ਗਈ। ਸ਼ਾਮ ਨੂੰ ਆਈ, ਇੱਕ ਛੋਟਾ ਜਿਹਾ ਬੱਚਾ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਸੀ। ਖੜਾ ਹੋ ਗਿਆ ਅਕਬਰ, ਮੇਰੇ ਸਲੀਮ ਨਾਲੋਂ ਵੀ ਕੋਈ ਸੋਹਣਾ ਹੈ ਆਗਰੇ ਦੇ ਵਿੱਚ? ਕਹਿਣ ਲੱਗੀ, ਹਾਂ। ਮਿਲ ਗਿਆ ਤੈਨੂੰ? ਕਹਿਣ ਲੱਗੀ, ਲੈ ਕੇ ਆਈ ਆ। ਲਿਆ, ਮੈਨੂੰ ਜਲਦੀ ਦਿਖਾ। ਜਿਸ ਵੇਲੇ ਉਹਨੇ ਕੱਪੜਾ ਚੁੱਕਿਆ ਨਾ, ਉਹਦੇ ਚਿਹਰੇ ਤੋਂ ਕਾਲਾ ਜਿਹਾ ਬੱਚਾ। ਤੇ ਅਕਬਰ ਨੂੰ ਗੁੱਸਾ ਆ ਗਿਆ, ਤੂੰ ਮੇਰੇ ਨਾਲ ਮਜ਼ਾਕ ਕਰਦੀ ਹੈ? ਇਹ ਸਲੀਮ ਨਾਲੋਂ ਸੋਹਣਾ ਹੈ।
ਕਹਿੰਦੀ ਇਹਦੇ ਨਾਲੋਂ ਸਲੀਮ ਕੀ ਲੱਗਦਾ ਸਾਹਮਣੇ ਇਹਦੇ, ਦੁਨੀਆ ਦੇ ਬੱਚੇ ਵੀ ਇਹਦੇ ਸਾਹਮਣੇ ਕੁਛ ਨਹੀਂ ਲੱਗਦੇ। ਕਿਉਂ? ਅਕਾਲਾ ਜਿਹਾ ਤਾਂ ਹੈ। ਕਹਿਣ ਲੱਗੀ ਮੇਰਾ ਹੈ, ਮੇਰਾ ਹੈ, ਇਹਦੇ ਸਾਹਮਣੇ ਕੁਛ ਵੀ ਨਹੀਂ। ਜਿਹੜਾ ਮੇਰਾ ਹੁੰਦਾ ਨਾ, ਮੋਹ ਜਿਹੜਾ ਹੈ, ਉਹਦੇ ਸਾਹਮਣੇ ਫਿਰ ਬਾਦਸ਼ਾਹ ਦਾ ਪੁੱਤਰ ਹੋ ਜਾਏ ਕਿ ਕੁਛ ਵੀ ਨਹੀਂ ਹੈ। ਤੇ ਜਿਹੜੀ ਪਕੜ ਜਿਹੜੀ ਆ ਉਹਨੂੰ ਕਹਿੰਦੇ ਮੋਹ। ਮੋਹ ਜਿਹੜਾ ਜੀਵਨ ਦੇ ਵਿੱਚ ਬਣ ਜਾਂਦਾ ਹੈ, ਪਕੜ ਬਣ ਜਾਂਦੀ ਹੈ। ਅਸੀਂ ਦੁਖੀ ਕਿਉਂ ਹੁੰਦੇ ਕਈ ਵੇਲੇ? ਸਾਡੇ ਕੋਲ ਕੋਈ ਚੀਜ਼ ਸਾਡੇ ਤੋਂ ਦੂਰ ਹੁੰਦੀ ਆ, ਕਿਉਂਕਿ ਸਾਡੀ ਪਕੜ ਬਣ ਜਾਂਦੀ, ਉਸ ਚੀਜ਼ ਦੇ ਪ੍ਰਤੀ ਪਕੜ ਬਣ ਜਾਂਦੀ। ਪਰ ਜਿਹੜੇ ਰੱਬ ਦੇ ਹੁਕਮ ਦੇ ਵਿੱਚ, ਰੱਬ ਦੇ ਰਜ਼ਾ ਦੇ ਵਿੱਚ ਜੀਵਨ ਬਤੀਤ ਕਰਦੇ ਆ, ਤੇ ਉਹ ਤਾਂ ਇਹੀ ਕਹਿੰਦੇ ਆ, ਜਿਸ ਕੀ ਵਸਤ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗਣ ਕਰੇ ਨਿਹਾਰ, ਨਾਨਕ ਸਾਹਿਬ ਸਦਾ ਦਿਆ। ਕਿਉਂਕਿ ਪਕੜ ਦੁਖੀ ਕਰਦੀ ਹੈ। ਪ੍ਰੇਮ ਕਰਨਾ ਹੈ, ਸਨੇਹ ਕਰਨਾ ਹੈ। ਮੋਹ ਜਿਹੜਾ ਹੈ ਉਹ ਪਕੜ ਬਣ ਜਾਂਦੀ ਹੈ, ਸਿਰਫ ਮੇਰਾ ਹੈ, ਮੈਂ ਹੀ ਸਭ ਕੁਝ ਹਾਂ। ਉਹ ਪਕੜ ਦੁਖੀ ਕਰਦੀ ਹੈ। ਤੇ ਜਿਸ ਵੇਲੇ ਬੰਦੇ ਦੀ ਮੋਹ, ਤਾਂ ਸਾਰੀ ਜ਼ਿੰਦਗੀ ਖਤਮ ਨਹੀਂ ਹੁੰਦਾ। ਸਾਡੀ ਕੌਮ ਦੇ ਮਹਾਨ ਵਿਦਵਾਨ ਗੁਰਮਤਿ ਮਾਰਤੰਡ ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ, ਇੱਕ ਵਾਰੀ ਮੇਰੇ ਕੋਲ ਇੱਕ 90-95 ਸਾਲ ਦੀ ਬਜ਼ੁਰਗ ਮਾਤਾ ਆਈ। ਸਰੀਰ ਵੀ ਕੁੱਬਾ ਜਿਹਾ, ਤੁਰ ਵੀ ਨਹੀਂ ਹੋ ਰਿਹਾ ਸੀ। ਗਿਆਨੀ ਜੀ ਅਰਦਾਸ ਕਰ ਦਿਓ। ਕਹਿੰਦੇ ਮੈਂ ਸੋਚਿਆ ਵੀ ਸ਼ਾਇਦ ਇਹ ਕਹਿੰਦੀ ਹੋਣੀ ਵੀ ਹੁਣ ਉਮਰ ਬਥੇਰੀ ਹੋ ਗਈ ਆ, ਹੁਣ ਸਰੀਰ ਵੀ ਸਾਥ ਨਹੀਂ ਦਿੰਦਾ, ਤੇ ਰੱਬ ਕਰੇ ਹੁਣ ਮੇਰੇ ਸਵਾਸ ਨਿਕਲ ਜਾਣ, ਹੁਣ ਮੌਤ ਆ ਜਾਏ। ਕਹਿਣ ਲੱਗੇ ਮਾਤਾ ਕੀ ਅਰਦਾਸ ਕਰਨੀ ਹੈ? ਕਹਿਣ ਲੱਗੀ ਆ ਜਿਹੜਾ ਮੇਰੇ ਨਾਲ ਆਇਆ ਨਾ, ਮੇਰਾ ਪੜਪੋਤਰਾ ਹੈ, ਤੁਸੀਂ ਅਰਦਾਸ ਕਰੋ ਇਹਦਾ ਵਿਆਹ ਦੇਖ ਕੇ ਮਰਾਂ। ਤੇ ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿਣ ਲੱਗੇ, ਬੇਬੇ ਆਪਣਾ ਵਿਆਹ ਦੇਖ ਕੇ ਨਹੀਂ ਰੱਜੀ, ਆਪਣੇ ਬੱਚਿਆਂ ਦਾ ਵਿਆਹ ਦੇਖ ਕੇ ਨਹੀਂ ਰੱਜੀ, ਪੋਤਰੇ ਪੋਤਰੀਆਂ ਦਾ ਨਹੀਂ। ਹੁਣ ਪੜਪੋਤਰੇ ਦੇ ਉੱਪਰ ਇਹ ਅਰਦਾਸ ਮੈਂ ਨਹੀਂ ਕਰ ਸਕਦਾ, ਇਹ ਮੈਂ ਨਹੀਂ ਅਰਦਾਸ, ਇਹ ਮੋਹ ਹੈ। ਪ੍ਰੇਮ ਜਿਹੜਾ ਹੈ ਨਾ, ਪ੍ਰੇਮ ਤਾਂ ਜੀਵਨ ਦੇ ਵਿੱਚ ਉਹ ਅਕਾਲ ਪੁਰਖ ਬਖਸ਼ਿਸ਼ ਕਰਦਾ ਹੈ। ਐਸੇ ਵੀ ਤੁਹਾਨੂੰ ਲੋਕ ਮਿਲਣਗੇ, ਕਹਿਣ ਲੱਗੇ ਵੀ ਰੱਬ ਨੇ ਸਾਰਾ ਕੁਝ ਦੇ ਦਿੱਤਾ, ਸਭ ਕੁਝ ਸੈੱਟ ਹੋ ਗਿਆ, ਹੁਣ ਜਦੋਂ ਮਰਜ਼ੀ ਬੁਲਵਾ ਲੈ, ਰੱਬ ਜਦੋਂ ਮਰਜ਼ੀ। ਖੁਸ਼ ਹੁੰਦੇ ਆ ਵੀ ਉਹਦਾ ਸੁਣਿਆ ਕਦੋਂ ਆਏਗਾ। ਕਈ ਲੁਕਦੇ ਛੁਪਦੇ ਹੁੰਦੇ ਆ। ਇੱਕ ਹੁਣ ਉਦਾਹਰਨ ਸਾਹਮਣੇ ਆ ਗਈ, ਤੁਹਾਡੇ ਨਾਲ ਸਾਂਝੀ ਕਰ ਲਾਂ। ਕਹਿੰਦੇ ਇੱਕ ਸ਼ਾਹੂਕਾਰ ਸੀ, ਉਹਨੇ 2 ਵਪਾਰੀ ਰੱਖੇ ਅੱਗੇ। ਹੁਣ ਸਾਡੀ ਹਾਲਤ ਜਿਹੜੀ ਹੈ, ਉਹਨੇ ਵਪਾਰ ਵਾਸਤੇ ਭੇਜਿਆ, ਉਹਨਾਂ ਨੂੰ ਸ਼ਰਤਾਂ ਰੱਖੀਆਂ, ਤੁਸੀਂ 3 ਮਹੀਨੇ ਬਾਅਦ ਵਾਪਸ ਆਉਣਾ ਹੈ, 3 ਮਹੀਨੇ ਬਾਅਦ ਵਾਪਸ ਆਉਣਾ ਤੇ ਨਫਾ ਖੱਟ ਕੇ ਲਿਆਉਣਾ ਹੈ, ਆ ਇੰਨਾ ਤੁਹਾਨੂੰ ਅਨਾਜ ਦਿੱਤਾ ਜਾ ਰਿਹਾ, ਗੱਡੇ ਭਰ ਕੇ ਲੈ ਜਾਓ। ਉਹ ਦੋਨੇ ਵਪਾਰੀ ਚਲੇ ਗਏ। ਇੱਕ ਨੇ ਤਾਂ ਬੜੀ ਇਮਾਨਦਾਰੀ ਦੇ ਨਾਲ, ਮਿਹਨਤ ਦੇ ਨਾਲ ਕੰਮ ਕੀਤਾ, ਇੱਕ ਨੇ ਅਣਗਹਿਲੀ ਦੇ ਨਾਲ ਕੀਤਾ, ਤੇ ਜਿਹੜਾ ਉਹਨੇ ਖੱਟਣਾ ਸੀ ਉਹ ਵੀ ਗਵਾ ਬੈਠਾ। ਤੇ ਹੁਣ 3 ਮਹੀਨੇ ਬੀਤਣ ਤੇ ਆ ਗਏ, ਤੇ ਜਿਹੜਾ ਇਮਾਨਦਾਰੀ ਨੇ ਜਿਹੜਾ ਕੀਤਾ ਸੀ, ਉਹ ਕਹਿੰਦਾ ਵੀ ਕਦੋਂ ਮਾਲਕ ਬੁਲਾਵੇ, ਵੀ ਸਾਰਾ ਰਾਸ਼ਨ ਵੀ ਖਤਮ ਹੋ ਗਿਆ, ਨਫਾ ਵੀ ਖੱਟਿਆ, ਬੜਾ ਖੁਸ਼ ਹੈ। ਪਰ ਉਹ ਕਹਿੰਦਾ ਵੀ 3 ਮਹੀਨੇ ਆਉਣ ਹੀ ਨਾ ਕਦੇ, 3 ਮਹੀਨੇ ਕਦੇ ਵੀ ਨਾ ਆਉਣ। ਤੇ ਪਰ ਉਹ ਛੱਡਦੇ ਥੋੜੇ ਆ ਜਿਨ੍ਹਾਂ ਦਾ ਪੈਸਾ ਲੱਗਾ ਹੁੰਦਾ ਹੈ। ਜਿਹੜਾ ਇਮਾਨਦਾਰੀ ਨਾਲ ਕੰਮ ਕੀਤਾ ਉਹ ਤਾਂ ਖੁਸ਼ੀ ਖੁਸ਼ੀ ਵਾਪਸ ਆ ਗਿਆ, ਤੇ ਜਿਹਨੇ ਕੀਤੀ ਸੀ ਠੱਗੀ, ਇਮਾਨਦਾਰੀ ਨਹੀਂ ਵਰਤੀ, ਉਹਨੂੰ ਤਾਂ ਫਿਰ ਉਹਦੇ ਬੰਦੇ ਜਾ ਕੇ ਪਕੜ ਲਿਆ, ਸਜ਼ਾ ਮਿਲੀ ਹੈ। ਸਾਨੂੰ ਪ੍ਰਮਾਤਮਾ ਨੇ ਭੇਜਿਆ, ਸਤਿਗੁਰ ਕਹਿੰਦੇ ਬਣਜ ਕਰੋ ਬਣਜਾਰਿਓ, ਵੱਖਰ ਲਿਓ ਸਮਾਲ, ਐਸੀ ਵਸਤ ਵਸਾਈ ਹੈ ਜੈਸੀ ਨਿਭਹਿ ਨਾਲ। ਅੱਗੇ ਸਾਹੋ ਸਜਾਨ ਹੈ ਲੈਸੀ ਵਸਤ ਸਮਾਲ। ਫਿਰ ਕੀ ਕਰਨਾ? ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਬਖਰ ਲੈ ਚਲੋ ਸਹ ਦੇਖੇ ਪਤਿਆ ਹੈ। ਜਿਹਦੇ ਵਾਸਤੇ ਸੰਸਾਰ ਦੇ ਵਿੱਚ ਆਇਆ, ਆ ਸਿਰਫ ਪਕੜ ਜਿਹੜੀ ਹੈ ਨਾ, ਪਕੜ ਨਹੀਂ ਛੱਡਦੀ। ਮੋਹ ਜਿਹੜਾ, ਤੁਸੀਂ ਵੀ ਕਾਰੋਬਾਰ ਕਰਦੇ ਹੋ,
ਕਾਰੋਬਾਰ ਛੱਡ ਕੇ ਜਾਂ ਸੰਕੋਚ ਕੇ ਆਉਂਦੇ ਸਤਿਗੁਰ ਦੀ ਸੰਗਤ ਵਿੱਚ ਆਉਂਦੇ। ਕਈਆਂ ਦੀ ਪਕੜ ਹੁੰਦੀ, ਉਹ 11 ਵਜੇ ਤੱਕ ਬੈਠੇ ਰਹਿਣਗੇ, 10 ਵਜੇ 11 ਵਜੇ ਵੀ ਹੋਰ ਕੋਈ ਆ ਜਾਏ, ਹੁਣ ਹੋਰ ਆ ਜਾਏ। ਪਕੜ ਜਿਹੜੀ ਆ ਉਹ ਜੀਵਨ ਦੇ ਵਿੱਚ ਛੱਡਦੀ, ਮੋਹ ਛੱਡਦਾ ਨਹੀਂ ਹੈ। ਵੀ ਜੇ ਮੈਂ ਚਲਾ ਗਿਆ ਸਾਹਮਣੀ ਦੁਕਾਨ ਤੇ ਗ੍ਰਾਹਕ ਚਲੇ ਜਾਏਗਾ, ਨੁਕਸਾਨ ਹੋ ਜਾਏਗਾ। ਪਰ ਪਕੜ ਜਿਹੜੀ ਆ ਪ੍ਰੇਮ ਹੈ, ਜਿਹਨੂੰ ਪ੍ਰੇਮ ਹੈ ਨਾ, ਰੱਬ ਤੇ ਭਰੋਸਾ ਹੈ ਕਿ ਰੱਬ ਹੀ ਆ, ਜਿੱਥੇ ਆ ਮੈਂ ਦੇਖਦਾ ਪ੍ਰੇਮ ਪ੍ਰੇਮ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ, ਉਹਨੇ ਦੇਣਾ ਤੇ ਤੇਰੇ ਆਉਣ ਤੋਂ ਪਹਿਲਾਂ ਹੀ ਪ੍ਰਮਾਤਮਾ ਨੇ ਤੇਰੀਆਂ ਝੋਲੀਆਂ ਭਰ ਦੇਣੇ, ਜਿਹਨੂੰ ਵਿਸ਼ਵਾਸ ਜੀਵਨ ਦੇ ਵਿੱਚ ਬਣ ਜਾਂਦਾ। ਇਹ ਜਿਹੜੀ ਪਕੜ ਹੈ, ਪਕੜ ਜਿਹੜੀ ਆ ਜੀਵਨ ਦੇ ਵਿੱਚ ਮਨੁੱਖ ਨੂੰ ਦੁਖੀ ਕਰਦੀ। ਤੇ ਗੁਰੂ ਸਾਹਿਬ ਮਹਾਰਾਜ ਨੇ ਤਾਂ ਬਹੁਤ ਸਾਡੇ ਜੀਵਨ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਅਸੀਂ ਦੁਖੀ ਕਿਉਂ ਹੁੰਦੇ ਹਾਂ? ਕੋਈ ਸਾਡੇ ਪਰਿਵਾਰ ਦੇ ਵਿੱਚੋਂ ਜਾਂਦਾ, ਉਹ ਕਿਉਂਕਿ ਸਾਡੀ ਪਕੜ ਹੁੰਦੀ, ਪਕੜ ਬਣ ਜਾਂਦੀ। ਬਾਣੀ ਵੀ ਅਸੀਂ ਪੜ੍ਹਦੇ ਹੁੰਦੇ ਹਾਂ, ਫਿਰ ਵੀ ਅਸੀਂ ਰੋਂਦੇ ਹੁੰਦੇ ਹਾਂ। ਕਾਰਨ ਕਿਉਂਕਿ ਸਾਨੂੰ ਇੰਨਾ ਭਰੋਸਾ ਬਾਣੀ ਦੇ ਉੱਪਰ ਨਹੀਂ, ਜਿੰਨਾ ਮੋਹ ਦੇ ਉੱਪਰ ਭਰੋਸਾ ਬਣ ਗਿਆ, ਜਿੰਨਾ ਪਕੜ ਉਧਰ ਜੀਵਨ ਦੇ ਵਿੱਚ ਬਣ ਜਾਂਦੀ ਹੈ। ਹਾਂ, ਜੇ ਪ੍ਰੇਮ ਹੋਏਗਾ ਨਾ, ਰੱਬ ਨਾਲ ਪ੍ਰੇਮ ਹੋਏਗਾ, ਗੁਰੂ ਨਾਲ ਪ੍ਰੇਮ ਹੋਏਗਾ, ਆਪਾਂ ਇਹੀ ਕਹਾਂਗੇ ਕਿ ਉਹ ਸਤਿਗੁਰੂ ਦਾ ਹੁਕਮ ਹੈ, ਸਤਿਗੁਰੂ ਦਾ ਹੁਕਮ ਸੀ, ਉਹਨੇ ਭੇਜਿਆ ਸੀ, ਸੰਸਾਰ ਤੋਂ ਲੈ ਗਿਆ ਹੈ। ਇਹ ਤਾਂ ਗੁਰੂ ਸਾਹਿਬ ਨੇ ਪ੍ਰੈਕਟੀਕਲ ਕਰਕੇ ਸਾਨੂੰ ਜੀਵਨ ਦੇ ਵਿੱਚ ਦਿਖਾਇਆ। ਇੱਕ ਉਦਾਹਰਣ, ਇੱਕ ਫਕੀਰ ਸੀ ਤੇ ਬੜਾ ਰੱਬ ਦਾ ਪਿਆਰਾ ਸੀ, ਗ੍ਰਸਤੀ ਸੀ, ਤੇ ਉਹਦੇ ਵੀ ਇਸੇ ਤਰ੍ਹਾਂ ਅੱਧ ਖੜ ਉਮਰ ਦੇ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ। ਤੇ ਪੁੱਤਰ ਦੇ ਨਾਲ ਬੜਾ ਪ੍ਰੇਮ ਕਰਦਾ, ਬਹੁਤ ਪ੍ਰੇਮ ਕਰਦਾ, ਬਹੁਤ ਪ੍ਰੇਮ ਕਰਦਾ। ਤੇ ਬੱਚਾ ਜਿਹੜਾ ਸੀ 2-2.5 ਸਾਲ ਦਾ ਹੋ ਗਿਆ ਤੇ ਉਹਨੂੰ ਕੰਮ ਪੈ ਗਿਆ, ਫਕੀਰ ਨੂੰ ਕਿਤੇ ਜਾਣਾ ਸੀ। ਤੇ ਪੁਰਾਣਾ ਸਮਾਂ ਸੀ, 1-2 ਮਹੀਨੇ ਲੱਗਣੇ ਸਨ, ਤਕਰੀਬਨ 2 ਮਹੀਨੇ ਬਾਅਦ ਉਹਨੇ ਵਾਪਸ ਆਉਣਾ ਸੀ। ਬੜਾ ਘਰ ਵਾਲੀ ਨੂੰ ਸਮਝਾਉਂਦਾ ਕਿ ਇਹਦਾ ਬੜਾ ਧਿਆਨ ਰੱਖੀ। ਚਲਾ ਗਿਆ, ਪਿੱਛੋਂ ਉਸ ਬੱਚੇ ਦੀ ਮੌਤ ਹੋ ਗਈ। ਮਹੱਲੇ ਵਾਲੇ ਜਾ ਕੇ ਦਫਨਾਏ ਉਸ ਨੂੰ। ਜਦੋਂ 2 ਮਹੀਨੇ ਬਾਅਦ ਵਾਪਸ ਆਇਆ ਨਾ, ਘਰ ਵਾਲੀ ਸੋਚਦੀ ਆ ਵੀ ਜੇ ਆਉਂਦਿਆਂ ਦੱਸ ਦਿੱਤਾ, ਪੁੱਤਰ ਤੋਂ ਖਾਲੀ ਹੋਈਆਂ, ਪਤੀ ਤੋਂ ਵੀ ਖਾਲੀ ਹੋ ਜਾਵਾਂਗੀ, ਆਉਂਦਿਆਂ ਨਹੀਂ ਦੱਸਾਂਗਾ, ਬੜੇ ਆਰਾਮ ਦੇ ਨਾਲ ਦੱਸਾਂਗੀ। ਉਹ ਆ ਗਿਆ। 1-2 ਮਹੀਨੇ ਬਾਅਦ ਦਰਵਾਜ਼ਾ ਖੜਕਾਇਆ ਉਸ ਫਕੀਰ ਨੇ। ਘਰ ਵਾਲੀ ਨੇ ਦਰਵਾਜ਼ਾ ਖੋਲ੍ਹਿਆ, ਆਉਂਦੇ ਪੁੱਛਦਾ ਪੁੱਤਰ ਕਿੱਥੇ ਹੈ? ਉਹ ਕਹਿੰਦੀ ਖੇਲਣ ਗਿਆ। ਅੰਦਰ ਤਾਂ ਆਓ। ਕਹਿੰਦਾ ਬੁਲਾ ਕੇ ਲਿਆ। 2 ਮਹੀਨੇ ਹੋ ਗਏ ਉਹਨੂੰ ਦੇਖਿਆ ਨਹੀਂ ਹੈ। ਉਹ ਕਹਿਣ ਲੱਗੀ ਅੰਦਰ ਆ ਜਾਓ, ਪਾਣੀ ਗਰਮ ਹੈ, ਇਸ਼ਨਾਨ ਕਰ ਲਓ, ਭੋਜਨ ਤਿਆਰ ਹੈ, ਭੋਜਨ ਛਕ ਲਓ, ਆ ਜਾਏਗਾ, ਖੇਡਦਾ ਪਿਆ। ਕਹਿਣ ਲੱਗਾ ਤੈਨੂੰ ਪਤਾ ਨਾ, ਮੈਂ ਉਹ ਤੋਂ ਬਿਨਾਂ ਭੋਜਨ ਨਹੀਂ ਛਕਦਾ, ਤੂੰ ਬੁਲਾ ਕੇ ਲਿਆ। ਹੁਣ ਮਾਂ ਸੀ, ਕਿੰਨੀ ਕੁ ਦੇਰ ਆਪਣੇ ਖਿਆਲ ਨੂੰ ਦਬਾ ਸਕਦੀ ਸੀ। ਭੁੱਬਾਂ ਨਿਕਲ ਗਈਆਂ, ਰੋਣ ਲੱਗ ਗਈ ਕਿ ਜਿਹੜੇ ਪੁੱਤਰ ਤੋਂ ਬਿਨਾਂ ਰੋਟੀ ਨਹੀਂ ਖਾਂਦਾ ਸੀ, ਜਿਹੜੇ ਪੁੱਤਰ ਤੋਂ ਬਿਨਾਂ ਸੌਂਦਾ ਨਹੀਂ ਸੀ, ਉਹ ਪੁੱਤਰ ਜਿਹੜਾ ਹੈ ਅਕਾਲ ਚਲਾਣਾ ਕਰ ਗਿਆ, ਚੜ੍ਹਾਈ ਕਰ ਗਿਆ, ਪੁੱਤਰ ਮਰ ਗਿਆ ਹੈ। ਕਹਿੰਦਾ ਲਿਆ ਰੋਟੀ ਖਾਈਏ, ਕਹਿੰਦਾ ਲਿਆ ਰੋਟੀ ਖਾਈਏ। ਕਹਿਣ ਲੱਗੀ ਹੱਦ ਹੋ ਗਈ, ਪੁੱਛਿਆ ਵੀ ਨਹੀਂ ਵੀ ਕੀ ਹੋਇਆ ਉਸਨੂੰ, ਕਿਸ ਤਰ੍ਹਾਂ ਉਹਦੀ ਮੌਤ ਹੋਈ। ਕਹਿਣ ਲੱਗਾ ਪ੍ਰਮਾਤਮਾ ਨੇ ਦਿੱਤਾ ਸੀ, ਮੇਰਾ ਫਰਜ਼ ਸੀ, ਮੈਂ ਉਹਦੀ ਪਾਲਣਾ ਕਰਨੀ ਹੈ। ਉਹ ਪ੍ਰਮਾਤਮਾ ਨੇ ਵਾਪਸ ਲੈ ਲਿਆ ਤੇ ਮੇਰਾ ਕੋਈ ਜ਼ੋਰ ਨਹੀਂ ਹੈ, ਉਹਦੀ ਚੀਜ਼ ਸੀ, ਇਹਦੇ ਉੱਪਰ ਜ਼ੋਰ ਵੀ ਕੋਈ ਨਹੀਂ ਹੈ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਸਾਡੇ ਕਰਨ ਹੁੰਦਾ ਵੀ ਕੁਛ ਨਹੀਂ ਹੈ। ਤੇ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ, ਕਹਿੰਦੇ ਪਕੜ ਜਿਹੜੀ ਆ ਮਨੁੱਖ ਦੀ, ਜਿਹੜੀ ਆ ਪਕੜ, ਉਹ ਮੋਹ ਹੈ। ਤੇ ਪ੍ਰੇਮ ਤਾਂ ਕਰਨਾ ਹੈ। ਮੋਹ ਜਿਹੜਾ ਆਪਣਿਆਂ ਦੇ ਨਾਲ ਹੁੰਦਾ, ਮੋਹ ਦਾ ਬੀਜ ਹੀ ਪ੍ਰੇਮ ਹੈ। ਮੋਹ ਤਾਂ ਕਰਨਾ ਹੀ ਪਏਗਾ ਨਾ, ਮੋਹ ਤੋਂ ਬਾਅਦ ਹੀ ਪ੍ਰੇਮ ਜੀਵਨ ਦੇ ਵਿੱਚ ਪੈਦਾ ਹੋਏਗਾ। ਪਰ ਇਹ ਨਹੀਂ ਕਿ ਮੈਂ ਆਪਣੇ ਬੱਚਿਆਂ ਨਾਲ ਹੀ ਪ੍ਰੇਮ ਕਰਨਾ, ਦੂਸਰਿਆਂ ਦੇ ਨਾਲ ਨਹੀਂ ਕਰਨਾ। ਜਿਸ ਤਰ੍ਹਾਂ ਦੇ ਮੇਰੇ ਆ, ਉਸ ਤਰ੍ਹਾਂ ਦੇ ਦੂਸਰੇ ਦੇ ਆ। ਉਹ ਰੱਬ ਪ੍ਰੇਮ ਜਿਹੜਾ ਪ੍ਰੇਮ ਰੂਪ ਦੇ ਵਿੱਚ ਹੈ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਸਾਚ ਕਹੂੰ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਿ ਉਹਦਾ ਦਿਲ ਪੱਥਰ ਦਾ ਥੋੜੇ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੁੱਤਰ ਸੀ, ਕੋਈ 18 ਸਾਲ ਦਾ, ਕੋਈ 16 ਸਾਲ ਦਾ, ਕੋਈ 9 ਸਾਲ ਦਾ, ਕੋਈ 7 ਸਾਲ ਦਾ। ਤੇ ਉਹਦੇ ਅੰਦਰ ਦਿਲ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਦਰ।
ਪ੍ਰੇਮ ਸੀ। ਅਕਾਲ ਪੁਰਖ ਨੇ ਦਿੱਤੇ ਆ ਫਰਜ਼ ਸੀ। ਹੈ ਕੋਈ ਸਾਡੀ ਖਾਹਿਸ਼ ਕੀ ਹੁੰਦੀ ਹੈ? ਬੱਚਾ ਪੈਦਾ ਹੁੰਦਾ, ਕਈ ਤਾਂ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਖਾਹਿਸ਼ਾਂ ਰੱਖ ਕੇ ਬੈਠਦੇ ਆ, ਅਸੀਂ ਇਹਨੂੰ ਡਾਕਟਰ ਬਣਾਵਾਂਗੇ, ਇਹਨੂੰ ਇੰਜੀਨੀਅਰ ਬਣਾਵਾਂਗੇ, ਅਸੀਂ ਇਹਨੂੰ ਉੱਥੇ ਪੜ੍ਹਾਵਾਂਗੇ, ਅਸੀਂ ਆਹ ਕਰਾਂਗੇ। ਚੰਗੀ ਗੱਲ ਹੈ, ਹਰੇਕ ਨੂੰ ਖਾਹਿਸ਼ ਰੱਖਣੀ ਚਾਹੀਦੀ ਹੈ, ਪਰ ਕਲਗੀਧਰ ਪਾਤਸ਼ਾਹ ਵੀ ਖਾਹਿਸ਼ ਰੱਖਦੇ ਆ। ਕੀ ਕਿਹਾ ਸੀ ਜੁਝਾਰ ਸਿੰਘ, ਭਾਈ ਬਾਬਾ ਜੁਝਾਰ ਸਿੰਘ ਨੂੰ ਕੀ ਕਿਹਾ ਸੀ ਜਿਸ ਵੇਲੇ ਚਮਕੌਰ ਦੀ ਗੜੀ ਤੋਂ ਭੇਜਿਆ? ਕਹਿੰਦੇ मेरी ख्वाहिश है, ये मेरी ख्वाहिश है तुम्हें तेग चलाते हुए देखूं, ख्वाहिश है तुम्हें तेग चलाते हुए देखूं, हम आग से बरसी तुम्हें खाते हुए देखो। कि ਉਹਦੇ ਅੰਦਰ ਦਿਲ ਨਹੀਂ ਸੀ, ਮੋਹ ਨਹੀਂ ਸੀ, ਪ੍ਰੇਮ ਸੀ। ਗੁਰੂ ਗੋਬਿੰਦ ਸਿੰਘ ਦੇ ਅੰਦਰ ਪ੍ਰੇਮ ਸੀ। ਉਹਨੂੰ ਦੂਸਰੇ ਬੱਚੇ ਵੀ, ਉਹਨਾਂ ਵਿੱਚ ਵੀ ਮੈਂ ਫਿਰ ਬੇਨਤੀ ਕਰਦਾ, ਬਾਰ-ਬਾਰ ਕਰਦਾ ਬੇਨਤੀ, ਤੁਹਾਡੇ ਬੱਚਿਆਂ ਵਿੱਚੋਂ ਵੀ ਉਹ ਜੀਤ ਸਿੰਘ ਜੁਝਾਰ ਸਿੰਘ ਦੇਖਣਾ ਚਾਹੁੰਦਾ ਹੈ। ਉਹਨੂੰ ਪ੍ਰੇਮ ਸੀ, ਤਾਂ ਹੀ ਕਿਹਾ ਸੀ ਨਾ, ਇਨ ਪੁੱਤਰਨ ਕੇ ਸੀਸ ਪਰ। ਕੌਣ ਕਿਸੇ ਦੇ ਨਾਲ ਪ੍ਰੇਮ ਕਰਦਾ ਹੈ? ਜਿਹੜਾ ਪ੍ਰੇਮ ਕਰਦਾ ਹੈ ਨਾ, ਜਿਹੜਾ ਮੋਹ ਕਰਦਾ, ਮੋਹ ਕਰੇਗਾ ਆਪਣੇ ਬੱਚਿਆਂ ਨਾਲ ਕਰੇਗਾ। ਦੂਸਰੇ ਨੂੰ ਤਾਂ, ਦੂਸਰੇ ਦੇ ਬੱਚੇ ਨੂੰ ਤਾਂ ਕੁਝ ਸਮਝਦੇ ਨਹੀਂ ਕਈ ਲੋਕ, ਵੀ ਇਹਨਾਂ ਨੂੰ ਤਾਂ ਅਕਲ ਹੀ ਨਹੀਂ ਹੈ, ਇਹਨਾਂ ਨੂੰ ਤਾਂ ਕੁਝ ਕੱਪੜੇ ਪਾਉਣ ਦੀ ਅਕਲ ਨਹੀਂ ਹੈ, ਇਹਨਾਂ ਕੋਲ ਤਾਂ ਪੈਸਾ ਕੋਈ ਨਹੀਂ, ਸਾਡੇ ਬੱਚਿਆਂ ਕੋਲ ਤਾਂ ਆਹ ਗੱਡੀ ਹੈ, ਸਾਡੇ ਕੋਲ ਤਾਂ ਆਹ ਹੈ। ਤੇ ਦੂਸਰੇ ਬੱਚਿਆਂ ਨੂੰ ਕੁਝ ਸਮਝਦੇ ਨਹੀਂ ਹਨ ਕਈ ਲੋਕ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿੱਖ ਇਦਾਂ ਨਹੀਂ ਕਰਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਨਹੀਂ ਕੀਤਾ, ਉਹਨੇ ਸਿਖਾਇਆ ਪ੍ਰੈਕਟੀਕਲ ਕਰਕੇ। ਉਹਨੇ ਦੂਸਰਿਆਂ ਦੇ ਵੀ ਸਮਝਿਆ। ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਕਿਉਂਕਿ ਮੋਹ ਨਹੀਂ ਸੀ, ਪਕੜ ਨਹੀਂ ਸੀ, ਪ੍ਰੇਮ ਸੀ। ਕਿੰਨੇ ਸਾਖੀਆਂ ਇਤਿਹਾਸ ਦੇ ਵਿੱਚ ਆਉਂਦੀਆਂ। ਪੁੱਤਰ ਦੀਆਂ ਲਾਸ਼ਾਂ, 18 ਸਾਲ ਦਾ ਬਾਬਾ ਅਜੀਤ ਸਿੰਘ ਜੀ, 16 ਸਾਲ ਦੇ ਬਾਬਾ ਜੁਝਾਰ ਸਿੰਘ ਦੀ ਲਾਸ਼ ਚਮਕੌਰ ਦੀ ਗੜੀ ਵਿੱਚ ਦੇ ਮੈਦਾਨ ਵਿੱਚ ਛੱਡ ਕੇ ਚਲੇ ਗਏ। ਹੱਥੀਂ ਸੰਸਕਾਰ ਵੀ ਨਹੀਂ ਕੀਤਾ। ਮੋਹ ਨਹੀਂ ਸੀ, ਪ੍ਰੇਮ ਸੀ। ਕਿਉਂਕਿ ਜੇ ਮੈਂ ਸੰਸਕਾਰ ਕਰਾਂਗਾ ਤੇ ਬਾਕੀ ਜਿਹੜੇ ਸ਼ਹੀਦ ਹੋਏ ਆ ਉਹ ਵੀ ਤਾਂ ਮੇਰੇ ਪੁੱਤਰ ਆ। ਤੇ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਤੇ ਪੁੱਤਰਾਂ ਦੇ ਵਿੱਚ ਕੋਈ ਫਰਕ ਨਹੀਂ ਸਮਝਿਆ। ਅੱਗੇ ਜਿਸ ਵੇਲੇ ਗੁਰੂ ਸਾਹਿਬ ਮਹਾਰਾਜ ਜਾਂਦੇ ਮਾਲਵੇ ਦੀ ਧਰਤੀ ਤੇ, ਸਤਿਗੁਰੂ ਜੀ ਦੇ ਕੋਲ ਦੋ ਭਰਾ ਹੁੰਦੇ, ਇੱਕ ਭਾਈ ਪਰਮ ਸਿੰਘ ਤੇ ਇੱਕ ਭਾਈ ਧਰਮ ਸਿੰਘ। ਬੜੇ ਰੋਂਦੇ ਆ, ਅਫਸੋਸ ਕਰਦੇ ਆ। ਸਤਿਗੁਰ ਕਹਿੰਦੇ ਬਹਿ ਜਾਓ। ਹੋਰ ਸੰਗਤਾਂ ਆਈਆਂ, ਉਹ ਵੀ ਰੋਣ ਲੱਗ ਗਈਆਂ। ਸਾਹਿਬ ਕਹਿਣ ਲੱਗੇ ਕਬੀਰ ਸੰਤ ਮੋਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬੱਪੜੇ ਜੋ ਹਾਟੇ ਹਾਟ ਬਤਾਏ। ਰੋਣਾ ਤਾਂ ਉਹਨਾਂ ਨੂੰ ਚਾਹੀਦਾ ਜਿਹੜੇ ਰੱਬ ਤੋਂ ਟੁੱਟ ਜਾਂਦੇ ਆ, ਆਪਣੇ ਗੁਰੂ ਤੋਂ ਟੁੱਟ ਜਾਂਦੇ ਆ, ਉਹਨਾਂ ਨੂੰ ਰੋਣਾ ਚਾਹੀਦਾ ਹੈ। ਉਹ ਤਾਂ ਆਪਣੇ ਘਰ ਚਲੇ ਗਏ। ਸਤਿਗੁਰੂ ਕਿੱਡਾ ਵੱਡਾ ਦਿਲ ਹੋਏਗਾ ਕਲਗੀਧਰ ਪਾਤਸ਼ਾਹ ਦਾ। 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਦਾ ਨੂਰਾ ਮਾਈ ਸੁਣਿਆ ਲੈ ਕੇ ਆਉਂਦਾ ਹੈ। ਪਰ ਗੁਰੂ ਸਾਹਿਬ ਨੇ ਇਹੀ ਪੁੱਛਿਆ ਸੀ ਕਿਤੇ ਮੇਰੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਚੀਕ ਤਾਂ ਨਹੀਂ ਨਿਕਲ ਗਈ ਸੀ। ਕਹਿਣ ਲੱਗੇ ਨਹੀਂ ਸਤਿਗੁਰੂ ਮਹਾਰਾਜ, ਉੱਥੇ ਲੋਕੀ ਦੱਸਦੇ ਆ ਉਹ ਚੜ੍ਹਦੀ ਕਲਾ ਦੇ ਵਿੱਚ ਸ਼ਹੀਦ ਹੋਏ ਆ ਸਾਹਿਬਜ਼ਾਦੇ। ਸ਼ੁਕਰ ਕਰਦੇ ਆ ਗੁਰੂ ਸਾਹਿਬ, ਆਪ ਚਮਕੌਰ ਦੀ ਗੜੀ ਵਿੱਚ ਆਪ ਜਕਾਰੇ ਲਾਉਂਦੇ ਆ, ਸਾਹਿਬਜ਼ਾਦੇ ਸ਼ਹੀਦ ਹੁੰਦੇ। ਜਿਹੜੇ ਭਾਈ ਪਰਮ ਸਿੰਘ, ਧਰਮ ਸਿੰਘ, ਗੁਰੂ ਸਾਹਿਬ ਮਹਾਰਾਜ ਬੜਾ ਅਫਸੋਸ ਹੈ। ਕਹਿਣ ਲੱਗੇ ਇੱਥੇ 4 ਲਕੀਰਾਂ ਖਿੱਚੋ ਹੱਥ ਦੇ ਨਾਲ। ਉਹਨੇ ਏਦਾਂ 4 ਲਕੀਰਾਂ ਖਿੱਚੀਆਂ। ਖੁਸ਼ੀ ਹੋਈ ਕੋਈ? ਕਹਿਣ ਲੱਗੇ ਨਹੀਂ ਸਤਿਗੁਰੂ ਮਹਾਰਾਜ, ਇਹਨਾਂ ਨੂੰ ਮਿਟਾ ਦਿਓ। ਕੋਈ ਗਮ ਹੋਇਆ? ਕਹਿਣ ਲੱਗੇ ਨਹੀਂ ਸਤਿਗੁਰੂ ਮਹਾਰਾਜ। ਕਹਿੰਦੇ ਉਹ ਲਕੀਰਾਂ ਸੀ 4 ਪੁੱਤਰ ਦਿੱਤੇ ਸੀ, ਲੈ ਗਿਆ ਪਰਮਾਤਮਾ, ਵਾਪਸ ਲੈ ਗਿਆ। ਪਰ ਉਹ ਚੌਗਣਾ ਕਰਕੇ ਮੈਨੂੰ ਦਿੱਤਾ ਹੈ। ਜਿਸ ਕੀ ਵਾਸਤੇ ਤੇ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਤੇ, ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆ। ਕਹਿੰਦੇ ਜਿੱਦਨ ਪਕੜ ਜਿਹੜੀ ਆ ਜੀਵਨ ਦੇ ਵਿੱਚ ਮੋਹ ਛੱਡ ਕੇ ਪ੍ਰੇਮ ਦਾ ਰੂਪ ਧਾਰਨ ਕਰ ਲੈਂਦੀ ਹੈ। ਕਿਉਂਕਿ ਮੋਹ ਜਿਹੜਾ ਸੀਮਤ ਹੈ, ਮੋਹ ਸੀਮਤ ਹੈ, ਪ੍ਰੇਮ ਜਿਹੜਾ ਅਸੀਮ ਹੈ। ਪ੍ਰੇਮ ਕੌਣ ਹੈ? ਪਰਮਾਤਮਾ। ਪਰਮਾਤਮਾ ਵੀ ਅਸੀਮ ਹੈ। ਗੁਰੂ ਗੋਬਿੰਦ ਸਿੰਘ ਪ੍ਰੇਮੀ ਹੈ, ਕਿਉਂਕਿ ਪ੍ਰੇਮ ਪਰਮਾਤਮਾ ਦੇ ਨਾਲ ਕਰਦਾ ਹੈ, ਅਕਾਲ ਪੁਰਖ ਦੇ ਨਾਲ ਪ੍ਰੇਮ ਕਰਦਾ ਹੈ। ਤੇ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਆ। ਕਹਿਣ ਲੱਗੇ ਭਾਈ ਜੇ ਪ੍ਰੇਮ ਕਰਨਾ ਹੈ, ਪਕੜ ਜਿਹੜੀ ਹੈ ਛੱਡ ਦਿਓ,
ਸਾਰਿਆਂ ਨੂੰ ਇੱਕੋ ਜਿਹਾ ਸਮਝਾਂਗਾ। ਤੇ ਸਿੱਖ ਦੇ ਅੰਦਰੋਂ ਤਾਂ ਹੀ ਤਾਂ ਨਿਕਲਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜੇ ਮੋਹ ਹੋਏਗਾ ਨਾ, ਅਸੀਂ ਆਪਣਾ ਹੀ ਭਲਾ ਮੰਗਾਂਗੇ, ਆਪਣੇ ਪਰਿਵਾਰ ਦਾ ਹੀ ਮੰਗਾਂਗੇ। ਪਰ ਸਿੱਖ ਜਿਹੜਾ ਹੈ ਸਾਰੇ ਸੰਸਾਰ ਦਾ ਭਲਾ ਮੰਗਦਾ। ਇਹ ਦਇਆ ਹੈ ਨਾ ਸਿੱਖ ਦੇ ਅੰਦਰ, ਇਹ ਗੁਣ ਪਾਇਆ ਗੁਰੂ ਸਾਹਿਬ ਨੇ। ਇਹ ਦਇਆ ਵਾਲਾ ਕਹਿ ਸਕਦਾ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾ। ਇਹ ਜਿਹਦੇ ਅੰਦਰ ਦਇਆ ਹੈ ਉਹੀ ਕਹੇਗਾ। ਜਿਹੜਾ ਪ੍ਰੇਮ ਕਰਦਾ, ਸਾਰਿਆਂ ਨਾਲ ਪ੍ਰੇਮ ਕਰਦਾ, ਤੇ ਉਹਨਾਂ ਫਿਰ ਦੁਸ਼ਮਣਾਂ ਦੇ ਵਿੱਚ ਵੀ ਦਿਖਦਾ ਹੈ। ਪਾਣੀ ਪਿਲਾ ਰਿਹਾ ਭਾਈ ਕਨ੍ਹਈਆ ਜਿਹੜਾ ਹੈ, ਕਿਉਂਕਿ ਮੋਹ ਜਿਹੜਾ ਪਕੜ ਹੈ। ਜੇ ਮੋਹ ਹੁੰਦਾ ਤੇ ਆਪਣਿਆਂ ਨੂੰ ਪਾਣੀ ਪਿਲਾਇਆ ਜਾਂਦਾ। ਪ੍ਰੇਮ ਹੈ ਦੂਸਰਿਆਂ ਨੂੰ ਵੀ ਪਿਲਾਇਆ ਜਾ ਰਿਹਾ। ਪ੍ਰੇਮ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨਾਲ ਕਰਦੇ ਹਾਂ, ਜੇ ਗੁਆਂਢੀਆਂ ਨਾਲ ਕਰਕੇ ਦੇਖਿਓ ਕਿੰਨਾ ਤੁਹਾਡਾ ਸਨਮਾਨ ਹੋਏਗਾ ਜੀਵਨ ਵਿੱਚ, ਕਿੰਨਾ ਆਦਰ ਹੋਏਗਾ। ਦੂਸਰੇ ਦੇ ਬੱਚਿਆਂ ਨੂੰ ਵੀ ਬੱਚੇ ਸਮਝਾਂਗੇ ਤੇ ਕਿੰਨਾ ਸਨਮਾਨ ਜੀਵਨ ਦੇ ਵਿੱਚ ਬਣਦਾ। ਤੇ ਜੇ ਆਪਾਂ ਦੇਖ ਕੇ ਨੱਕ ਚੜਾਵਾਂਗੇ, ਨਫ਼ਰਤ ਕਰਾਂਗੇ, ਉੱਥੋਂ ਫਿਰ ਅੱਗੇ ਮੋਹ ਹੈ। ਸਿਰਫ ਆਪਣਿਆਂ ਦੇ ਨਾਲ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ। ਉਹ ਕਹਾਵਤ ਹੈ ਨਾ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਤੇ ਸਾਨੂੰ ਤਾਂ ਕਮਲਾ ਜਿਹਾ ਵੀ ਚੰਗਾ ਲੱਗਦਾ ਵੀ ਮੇਰਾ ਹੈ। ਪਰ ਜਿੱਦਣ ਪ੍ਰੇਮ ਹੋਏਗਾ ਨਾ, ਉਹ ਸਾਰਿਆਂ ਦੇ ਦੂਸਰੇ ਦਾ ਕਮਲਾ ਵੀ ਸਾਨੂੰ ਫਿਰ ਚੰਗਾ ਲੱਗੇਗਾ। ਨਹੀਂ ਭਾਈ, ਇਹ ਰੱਬ ਦੀ ਕਿਰਪਾ ਹੈ, ਰੱਬ ਦੀ ਰਜ਼ਾ ਹੈ, ਪਰਮਾਤਮਾ ਦਾ ਹੁਕਮ ਹੈ। ਤੇ ਸਤਿਗੁਰੂ ਮਹਾਰਾਜ ਸਾਡੇ ਤੇ ਰਹਿਮਤ ਕਰਦੇ ਆ, ਬਖਸ਼ਿਸ਼ ਕਰਦੇ ਆ। ਭਾਈ ਪ੍ਰੇਮ ਕਰਨਾ ਹੈ, ਉਹ ਪ੍ਰੇਮ ਰੂਪ ਦੇ ਵਿੱਚ ਹੈ ਪਰਮਾਤਮਾ। ਪ੍ਰੇਮ ਅਸੀਮ ਹੈ। ਮੋਹ ਦੀ ਪਕੜ ਛੱਡਣੀ ਹੈ। ਪਕੜ ਜਿਸ ਵੇਲੇ ਜੀਵਨ ਦੇ ਵਿੱਚ ਬਣ ਜਾਂਦੀ ਹੈ, ਅਗਿਆਨਤਾ ਬਣ ਜਾਂਦੀ ਹੈ, ਕਠੋਰਤਾ ਜੀਵਨ ਦੇ ਵਿੱਚ ਬਣ ਜਾਂਦੀ ਹੈ। ਤੇ ਮੋਹ ਤਾਂ ਸਾਰਿਆਂ ਦੇ ਵਿੱਚ ਹੈ। ਜਾਨਵਰਾਂ ਦੇ ਵਿੱਚ ਵੀ ਤੁਸੀਂ ਦੇਖੋਗੇ, ਪੰਛੀਆਂ ਦੇ ਵਿੱਚ ਵੀ ਮੋਹ ਹੈ। ਪਰ ਥੋੜ੍ਹਾ ਜਿਹਾ ਇਨਸਾਨ ਨੂੰ ਪਰਮਾਤਮਾ ਨੇ ਅਲੱਗ ਬਣਾਇਆ ਹੈ ਤੇ ਉਹਨੂੰ ਪ੍ਰੇਮ ਸਿਖਾਇਆ। ਪ੍ਰੇਮ ਹੈ ਜੀਵਨ ਦੇ ਵਿੱਚ, ਤੇ ਉਹ ਸਾਨੂੰ ਸਤਿਗੁਰੂ ਮਹਾਰਾਜ ਜੀ ਸਿਖਾਉਂਦੇ ਆ। ਨਹੀਂ ਭਾਈ, ਆਪਣਾ ਹੈ। ਦੇਖੋ ਕਿੱਡੀ ਵਿਸ਼ਾਲਤਾ, ਕਿੰਨਾ ਆਪਾਂ ਇਹਦਾ ਵਿਚਾਰ ਕਰ ਸਕਦੇ, ਕਿੱਡੀ ਵੱਡੀ ਪ੍ਰੇਮ ਹੈ ਨਾ। ਜੇ ਮੋਹ ਹੁੰਦਾ ਨਾ, ਮਾਫ ਕਰਨਾ, ਤੇ ਬਾਣੀ ਸਾਡੇ ਗੁਰੂਆਂ ਦੀ ਹੁੰਦੀ, ਸਿਰਫ ਗੁਰੂ ਗ੍ਰੰਥ ਸਾਹਿਬ। ਪਕੜ ਨਹੀਂ ਸੀ, ਪ੍ਰੇਮ ਹੈ। ਵੈਸੇ ਵੀ ਅੱਜ ਵੀ ਤੁਸੀਂ ਦੇਖ ਲਓਗੇ ਨਾ, ਕੋਈ ਕਵਿਤਾ ਵੀ ਲਿਖਦਾ ਨਾ, ਉਹ ਆਪਣਾ ਚੰਗੀ ਤਰ੍ਹਾਂ ਨਾਮ ਲਿਖਦਾ ਹੈ, ਦੂਸਰੇ ਦਾ ਛਪਾਉਣਾ ਚਾਹੁੰਦਾ ਹੈ, ਆਪਣਾ ਦਿਖਾਣਾ ਚਾਹੁੰਦਾ ਹੈ। ਪਰ ਜਿਹੜਾ ਪ੍ਰੇਮ ਹੈ ਉਹ ਸਾਰਿਆਂ ਨੂੰ ਕਲਾਵੇ ਦੇ ਵਿੱਚ ਲੈ ਕੇ, ਗੁਰੂ ਸਾਹਿਬ ਨੇ ਸਾਰਿਆਂ ਨੂੰ ਲੈ ਲਿਆ। ਜਿਹਨਾਂ ਨੂੰ ਲੋਕੀ ਧੱਕੇ ਮਾਰਦੇ ਸੀ ਧਾਰਮਿਕ ਮੰਦਿਰਾਂ ਦੇ ਵਿੱਚੋਂ, ਜਿਹਨਾਂ ਨੂੰ ਨੀਚ ਕਹਿੰਦੇ ਸਨ, ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ, ਇਹ ਤਾਂ ਪ੍ਰੇਮ ਹੈ। ਇਸੇ ਕਰਕੇ ਭੱਟ ਕਹਿੰਦੇ ਹਨ, ਰਹੋ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੀਅਸ ਮੁਖੋਂ ਇਹ ਪੰਡਤ ਮਿੱਠੇ। ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤੀਏ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਹਰ ਨਾਮ ਛੋੜ ਦੂਜੇ ਲੱਗੇ, ਤਿਨ ਕੇ ਗੁਣ ਹੋ ਕਿਆ ਕਹੋ, ਗੁਰਦੇ ਮਲਾਏ ਭਿਖਿਆ ਜਿਵ ਤੂੰ ਰਾਖੇ ਤਿਵ ਰਹੋ। ਇਹ ਹੈ ਪ੍ਰੇਮ। ਪ੍ਰੇਮ ਸੀ ਸਤਿਗੁਰੂ ਜੀ ਸਾਈਂ ਮੀਆਂ ਮੀਰ ਜੀ ਦੇ ਕੋਲੋਂ ਦਰਬਾਰ ਸਾਹਿਬ ਦੀ ਨੀਂਹ ਰਖਾਉਂਦੇ ਆ। ਪ੍ਰੇਮ ਹੈ ਗੁਰੂ ਸਾਹਿਬ ਜੀ ਨੂੰ, ਤੇ ਗੁਰੂ ਸਾਹਿਬ ਜੀ ਮਰਦਾਨੇ ਨੂੰ ਨਾਲ ਲੈ ਕੇ ਘੁੰਮ ਰਹੇ ਹਨ। ਪ੍ਰੇਮ ਹੈ, ਮੋਹ ਨਹੀਂ ਹੈ। ਮੋਹ ਹੁੰਦਾ ਤਾਂ ਆਪਣਾ ਹੀ ਲੈ ਕੇ ਲੱਭ ਕੇ ਲੈ ਕੇ ਜਾਂਦੇ ਨਾ, ਆਪਣੇ ਘਰੋਂ ਲੈ ਕੇ ਜਾਂਦੇ। ਮੋਹ ਸੀ ਜੀਵਨ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਆਪਣਿਆਂ ਨੂੰ ਹੀ, ਤੇ ਅੱਜ ਵੀ ਬਣਾਉਂਦੇ, ਆਪਣਿਆਂ ਨੂੰ ਹੀ ਗੁਰੂ ਬਣਾਉਂਦੇ ਆ। ਤੇ ਗੁਰੂ ਸਾਹਿਬ ਨੇ ਤਾਂ ਲਹਿਣਾ ਲੱਭ ਲਿਆ, ਆਪਣਿਆਂ ਨੂੰ ਛੱਡ ਦਿੱਤਾ। ਮੋਹ ਹੁੰਦਾ ਤੇ ਸ੍ਰੀ ਚੰਦ ਲਖਮੀ ਦਾਸ ਨੂੰ ਗੁਰੂ ਬਣਾਉਂਦੇ, ਗੁਰੂ ਨਾਨਕ ਦੀ ਗੱਦੀ ਚੱਲਦੀ। ਪ੍ਰੇਮ ਹੀ ਪ੍ਰੇਮ ਵਰਤਾਇਆ ਗੁਰੂ ਸਾਹਿਬ ਮਹਾਰਾਜ ਨੇ। ਜਿੱਥੇ ਵੀ ਦੇਖਦੇ ਆ ਪ੍ਰੇਮ ਹੀ ਪ੍ਰੇਮ ਹੈ। ਜੇ ਪ੍ਰੇਮ ਵਰਤਾਇਆ, ਜੋ ਤੁਸੀਂ ਵੰਡੋਗੇ ਵਾਪਸ ਵੀ ਆਏਗਾ। ਕਲਗੀਧਰ ਪਾਤਸ਼ਾਹ ਨੇ ਬਹੁਤ ਵੰਡਿਆ ਪ੍ਰੇਮ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਹ ਸਮਾਂ ਜਿਹੜਾ, ਜਿਸ ਵੇਲੇ ਗਣੀ ਖਾਨ ਤੇ ਨਵੀ ਖਾਨ ਗੁਰੂ ਸਾਹਿਬ ਦਾ ਪਲੰਗ ਉਠਾ ਕੇ ਮਾਛੀਵਾੜੇ ਤੋਂ ਆਲਮਗੀਰ ਸਾਹਿਬ ਤੱਕ ਲੈ ਕੇ ਜਾਂਦੇ ਆ, ਇਹ ਪ੍ਰੇਮ ਦੀ ਇੰਤਹਾ ਹੈ। ਇਸ ਤੋਂ ਬਾਅਦ ਕੋਈ ਗੱਲ ਨਹੀਂ ਹੋ ਸਕਦੀ। ਉਹੀ ਸਰਕਾਰ, ਉਹੀ ਲੋਕ ਆ, ਉਹੀ ਜਮਾਤ ਹੈ, ਉਹੀ ਜਮਾਤ ਦੇ ਲੋਕ ਹੈ, ਉਹੀ ਗੁਰੂ ਸਾਹਿਬ ਮਹਾਰਾਜ ਦੇ ਸ਼ਰਧਾਲੂ ਹੈ, ਸਤਿਗੁਰੂ ਦੀ ਫੌਜ ਦੇ ਵਿੱਚ ਲੜ ਕੇ ਸ਼ਹੀਦ ਹੋ ਰਹੇ ਆ। ਪ੍ਰੇਮ ਹੈ। ਪੀਰ ਭੀਖਣ ਸ਼ਾਹ ਪਟਨਾ ਸਾਹਿਬ ਜਾਂਦਾ ਹੈ, ਪ੍ਰੇਮ ਸੀ। ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹ ਪਰਮਾਤਮਾ ਪ੍ਰੇਮ ਰੂਪ ਦੇ ਵਿੱਚ ਹੈ। ਤੇ ਮੋਹ ਹੋਏਗਾ ਤਾਂ ਸਿਰਫ ਆਪਣਿਆਂ ਦੇ ਨਾਲ। ਜੇ ਮੋਹ ਹੁੰਦਾ ਨਾ, ਗੁਰੂ ਤੇਗ ਬਹਾਦਰ ਸਾਹਿਬ ਕਦੇ ਸ਼ਹਾਦਤ ਨਾ ਦਿੰਦੇ। ਉਹਨਾਂ ਦੇ ਅੰਦਰ ਪ੍ਰੇਮ ਸੀ। ਕੋਈ ਵੀ ਆ ਜਾਏ,
ਉੱਥੇ ਮੁਸਲਮਾਨ ਵੀ ਆ ਜਾਂਦੇ, ਉਹਨਾਂ ਵਾਸਤੇ ਵੀ ਸ਼ਹਾਦਤ ਦੇ ਦਿੰਦੇ ਗੁਰੂ ਸਾਹਿਬ ਮਹਾਰਾਜ, ਕਿਉਂਕਿ ਪ੍ਰੇਮ ਕਰਦੇ ਆ। ਪ੍ਰੇਮ ਦੀ ਬਹੁਤ ਵਿਸ਼ਾਲਤਾ ਹੈ, ਪ੍ਰੇਮ ਅਸੀਮ ਹੈ ਤੇ ਮੋਹ ਜਿਹੜਾ ਹੈ ਉਹ ਸੀਮਤ ਹੈ, ਤੇ ਪ੍ਰੇਮ ਅਸੀਮ ਹੈ। ਤੇ ਜਿੱਥੇ ਪਕੜ ਹੈ, ਗੁਰੂ ਸਾਹਿਬ ਦਾ ਆਪਾਂ ਪਹਿਲਾਂ ਵੀ ਪੰਕਤੀ ਪੜ੍ਹੀ ਹੈ, ਕਹਿੰਦੇ ਮੋਹ ਕੀ ਹੈ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੇ ਕਦੋਂ ਉਪਜਦਾ, ਭਾਉ ਦੂਜੇ ਲਾਇਆ। ਤੇ ਜਦੋਂ ਅਸੀਂ ਦੂਸਰੇ ਦੇ ਨਾਲ ਸਾਂਝ ਪਾ ਲੈਂਦੇ ਆ, ਰੱਬ ਨੂੰ ਛੱਡ ਦਿੰਦੇ ਆ। ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਅਸੀਂ ਪ੍ਰੇਮ ਕਰੀਏ। ਜੇ ਮੋਹ ਹੀ ਕਰਨਾ, ਇੰਨੀ ਪਕੜ ਜੀਵਨ ਦੇ ਵਿੱਚ ਨਹੀਂ ਬਣ ਸਕਦੀ। ਮੋਹ ਸੀਮਤ ਹੈ, ਪ੍ਰੇਮ ਜਿਹੜਾ ਹੈ ਉਹ ਬਹੁਤ ਵਿਸ਼ਾਲ ਹੈ। ਪ੍ਰੇਮ ਕਰੋ, ਤੇ ਸਤਿਗੁਰੂ ਮਹਾਰਾਜ ਨੇ ਸਿਖਾਇਆ ਹੈ। ਤੇ ਅੱਜ ਵੀ ਗੁਰੂ ਕੇ ਸਿੱਖ ਪ੍ਰੇਮ ਹੀ ਹੈ ਨਾ। ਲੰਗਰ ਲਾਉਂਦੇ ਆ, ਉਹ ਸਿਰਫ ਹੱਥ ਦੇਖਦੇ, ਸ਼ਕਲ ਨਹੀਂ ਦੇਖਦੇ ਕੌਣ ਮੰਗ ਰਿਹਾ ਹੈ। ਇਹ ਗੁਰੂ ਸਾਹਿਬ ਨੇ ਸਾਡਾ ਜਿਹੜਾ ਜੀਵਨ ਘੜਿਆ ਹੈ, ਜਿਹੜੀ ਸਾਨੂੰ ਸਿੱਖਿਆ ਗੁਰੂ ਸਾਹਿਬ ਨੇ, ਜੋ ਸਾਨੂੰ ਗਿਆਨ ਗੁਰੂ ਸਾਹਿਬ ਨੇ ਬਾਣੀ ਵਿੱਚੋਂ ਦਿੱਤਾ ਹੈ। ਤੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।